ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ, ਪ੍ਰਧਾਨ ਪ੍ਰਧਾਨ ਦੇਵਾਨ ਦੇ ਉਪਮਾ ਮਹਾਨ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੁਭਾਏਮਾਨ गुरु की साजी और निवाजी हुई गुरु प्यारी गुरु सवारी साध संगत जीओ। आओ गुरु पातशाह जी के चरणों में हाजरी लवाइए, कोई रसना मांझी ना रहे। सारे ही प्यार भावना शरधा दे नाल गुरफतेह की सांझ पाइए जी। आपको वाहिगुरु जी का खालसा वाहिगुरु जी की फतेह। सतगुरां ने बड़ी महान महान कृपा रहमत बख्शिश दया की है, जो अमृत वेले दे सुंदर दीवान गुरु ग्रंथ साहिब महाराज जियां दी पावन पवित्र हजूरी दे अंदर सज रहे ने और इन्हां सजे हुए दीवानां दे विच सतगुरां ने कृपा की है। आप तख्तां दे सज करके महाराज जी ने आपां नूं कलयुगी जीवां नूं दर्शन दीदार बख्शिश कीते ने। सतगुरां दी अमृत बाणी का नितनेम आप जियां ने श्रवण कीता है। समा होया है लड़ीवार धुरकी बाणी की कथा विचार दा। आओ कुछ समय ली मन बिरतियां नूं करिए एकागर। प्यार भावना शरधा दे नाल कुछ समय लिए आपां गुरु की बाणी दी विचार दे नाल जुड़न दा यतन करते हैं। अज दा जो पावन शब्द है, ये पावन शब्द धन धन श्री गुरु ग्रंथ साहिब महाराज जियां दे पावन अंग नंबर 398 दे उपर सुभाईमान है। रहाऊ वालियां पंक्तियां पढ़ के आपां विचार आरंभ करते हैं। वाहिगुरु साहिब जीओ बोहे थड़ा हर चरण मान चढ़ लंघिए। आठ पहर गुण गाए साधु संगिए। बोहे थड़ा हर चरण मान चढ़ लंघिए। ये अज का पावन शब्द है। शहीदां दे सरताज पंजवें पातशाह धन श्री गुरु अर्जन देव महाराज सच्चे पातशाह जी ये पावन शब्द अपनी पावन रसना तो उचारण करते हैं। रहाऊ वालियां पंक्तियां तो आपां विचार आरंभ करते हाँ। महाराज जी कृपा करते ने बोहे थड़ा हर चरण मन चढ़ लंघिए। बोहित कहते ने जहाज नूं। और जदों अगे इस शब्द दे किसी भी शब्द दे अगे राड़ा शब्द लगता है, राड़ी अखर का अर्थ जिहड़ा है विद्वानां ने प्यारा कीता है। जिवें महाराज जी ने शब्द उचारिया है साजनड़ा मेरा साजनड़ा, कि प्यारा सज्जन। एक होर महाराज जी ने शब्द उचारिया है जानी अड़ा हर जानी अड़ा, कि जान तो भी प्यारा परमेश्वर जिहड़ा है। नैन अलोएड़ा भाव बहुत शब्द महाराज जी ने अड़ाड़ा शब्द ला करके मगर उचारण किए हैं। बोहित जहाज कहते ने और महाराज जी कहते बोहिथड़ा हर चरण। हर चरण कहते जिहड़े हरि परमेश्वर वाहिगुरु जी के चरण हैं। ते आपां बड़ी वार पहला ये दसिया है कि चरण किहड़े हन परमेश्वर दे।
ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਨਾਮ ਹੀ ਵਾਹਿਗੁਰੂ ਜੀ ਦੇ ਚਰਨ ਹਨ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਹਰੀ ਪਰਮਾਤਮਾ ਦੇ ਚਰਨ ਹਨ, ਉਹ ਬੜਾ ਪਿਆਰਾ ਜਹਾਜ਼ ਹਨ, ਬੜਾ ਸੋਹਣਾ, ਬੜਾ ਪਿਆਰਾ ਜਹਾਜ਼ ਹਨ। ਔਰ ਮਹਾਰਾਜ ਜੀ ਕਹਿੰਦੇ ਇਸ ਵਾਹਿਗੁਰੂ ਜੀ ਦੇ ਚਰਨ ਰੂਪੀ ਜਹਾਜ਼ ਤੇ ਚੜਨਾ ਹੋਵੇ ਤੇ ਮਹਾਰਾਜ ਜੀ ਕਿੱਦਾਂ ਚੜਿਆ ਜਾਂਦਾ? ਤੇ ਮਹਾਰਾਜ ਜੀ ਕਹਿੰਦੇ ਮਨ ਚੜ ਲੰਘੀ ਹੈ, ਮਨ ਦੇ ਦੁਆਰਾ ਚੜਿਆ ਜਾਂਦਾ। ਭਾਵ ਮਨ ਦੇ ਨਾਲ ਵਾਹਿਗੁਰੂ ਜੀ ਦੇ ਸਿਮਰਨ ਨੂੰ ਕਰਕੇ, ਜਪ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ। ਭਾਵ ਜੀਵਨ ਸਫਲ ਹੋ ਜਾਂਦਾ ਹੈ। ਆਪਾਂ ਰੋਜ਼ ਹੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ। ਨਾਮ ਦੇ ਰੂਪੀ ਜਹਾਜ਼ ਤੇ ਚੜ੍ਹ ਕਰਕੇ ਇਸ ਸੰਸਾਰ ਸਮੁੰਦਰ ਤੋਂ ਲੰਘ ਜਾਈਦਾ। ਜਿਵੇਂ ਦੁਨਿਆਵੀ ਦਰਿਆ ਸਮੁੰਦਰ ਪਾਰ ਕਰਨਾ ਹੋਵੇ, ਜਹਾਜ਼ ਬੇੜੇ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਸਮੁੰਦਰ ਬਹੁਤ ਭੈੜਾ ਅੱਗ ਦਾ ਸਮੁੰਦਰ ਹੈ। ਇਹਦੇ ਵਿੱਚੋਂ ਲੰਘਣ ਵਾਸਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਦੀ ਲੋੜ ਹੈ। ਤੇ ਭੱਟ ਸਾਹਿਬਾਨਾਂ ਨੇ ਬੜਾ ਸੁੰਦਰ ਲਿਖਿਆ ਹੈ, ਕਹਿੰਦੇ ਕਲਯੁਗ ਜਹਾਜ਼ ਅਰਜਨ ਗੁਰੂ। ਕਹਿੰਦੇ ਕਲਯੁਗ ਦੇ ਅੰਦਰ ਜਹਾਜ਼ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਦ ਰਹੋ। ਕਹਿੰਦੇ ਸਾਰੀ ਸ੍ਰਿਸ਼ਟੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਜਾਵੇ ਤੇ ਸਾਰੀ ਦੁਨੀਆ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ, ਭਲਾ ਹੋ ਜਾਏਗਾ, ਜੀਵਨ ਸਫਲ ਹੋ ਜਾਏਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਨਾਮ ਕਿੱਦਾਂ ਜਪਿਆ ਜਾਵੇ? ਮਨ ਕਿੱਦਾਂ ਨਾਮ ਜਪੇਗਾ? ਸਵਾਲ ਕੀਤਾ ਸਿੱਖ ਨੇ ਫਿਰ ਕਿ ਵਾਹਿਗੁਰੂ ਜੀ ਦਾ ਨਾਮ ਜਹਾਜ਼ ਹੈ, ਬੜਾ ਪਿਆਰਾ, ਬੜਾ ਸੁੰਦਰ ਜਹਾਜ਼ ਹੈ, ਪਰ ਮਹਾਰਾਜ ਜੀ ਮਨ ਨਾਮ ਕਿੱਦਾਂ ਜਪੇਗਾ? ਕਿੱਦਾਂ ਮਨ ਦੇ ਉੱਤੇ ਚੜੇਗਾ? ਤੇ ਮਹਾਰਾਜ ਕਹਿੰਦੇ 8 ਪਹਿਰ ਗੁਣ ਗਾਏ ਸਾਧੂ ਸੰਗੀਐ। ਸਾਧੂ ਕਹਿੰਦੇ ਗੁਰੂ ਨੂੰ। ਮਹਾਰਾਜ ਜੀ ਕਹਿੰਦੇ ਗੁਰੂ ਦੇ ਨਾਲ ਜੁੜ ਕੇ, ਗੁਰੂ ਦਾ ਸੰਗ ਕਰਕੇ 8 ਪਹਿਰ ਉਸ ਵਾਹਿਗੁਰੂ ਜੀ ਨੂੰ ਗਾਇਆ ਕਰ। 8 ਪਹਿਰ ਉਹਦੇ ਗੁਣ ਗਾ, ਕਿਉਂਕਿ ਰੋਜ਼ ਰੋਜ਼ ਜਪਾਂਗੇ, ਰੋਜ਼ ਰੋਜ਼ ਸਿਮਰਾਂਗੇ, ਫੇਰ ਹੀ ਮਨ ਦ੍ਰਿੜ ਹੋਵੇਗਾ ਨਾ, ਫੇਰ ਹੀ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸੇਗਾ। ਕਿਸੇ ਨੇ ਬੜਾ ਸੁੰਦਰ ਕਿਹਾ, ਕਹਿੰਦੇ ਪਰਮੇਸ਼ਰ ਹਰ ਜਗ੍ਹਾ ਤੇ ਹੀ ਹੈ, ਪਰਮੇਸ਼ਰ ਕਣ ਕਣ ਦੇ ਵਿੱਚ ਰਮਿਆ ਹੋਇਆ। ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਨਹੀਂ ਆ, ਪਰਮੇਸ਼ਰ ਦਾ ਨਾਮ ਨਹੀਂ ਹੈ, ਪਰਮੇਸ਼ਰ ਦੀ ਜੋਤ ਨਹੀਂ ਹੈ। ਬਸ ਕਿਸੇ ਗੁਰਮੁਖ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦਾ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਰੱਬ ਨਹੀਂ ਵਸਦਾ। ਬੜਾ ਹੈਰਾਨ ਹੋ ਕਰਕੇ ਪੁੱਛਿਆ ਵੀ ਰੱਬ ਕਿੱਥੇ ਨਹੀਂ ਵਸਦਾ? ਤੇ ਕਹਿੰਦੇ ਉਹ ਗੁਰਮੁਖ ਨੇ ਆਖਿਆ ਰੱਬ ਦੁਨੀਆ ਦੇ ਚਿੱਤ ਵਿੱਚ ਨਹੀਂ ਵਸਦਾ। ਹਰ ਜਗ੍ਹਾ ਤੇ ਪਰਮੇਸ਼ਰ ਵਸਿਆ ਹੈ, ਪਰ ਮਨੁੱਖ ਦੇ ਮਨ ਤੇ ਚਿੱਤ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਨਹੀਂ ਚੇਤੇ ਆਉਂਦਾ। ਆਪਾਂ ਚੇਤੇ ਨਹੀਂ ਕਰਦੇ ਵਾਹਿਗੁਰੂ ਜੀ ਨੂੰ। ਜਦੋਂ ਦੁੱਖਾਂ ਵਿੱਚ ਹੁੰਦੇ ਆ ਉਦੋਂ ਯਾਦ ਕਰਦੇ ਆ, ਜਦੋਂ ਸੁੱਖਾਂ ਵਿੱਚ ਹੁੰਦੇ ਆ ਕਦੇ ਯਾਦ ਕੀਤਾ ਹੀ ਨਹੀਂ ਰੱਬ ਨੂੰ। ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਨਾ, ਕਬੀਰ ਕਾਮ ਭਰੇ ਹਰ ਸਿਮਰਿਆ। ਜਦੋਂ ਕੰਮ ਪੈਂਦਾ ਫਿਰ ਸਿਮਰਦੇ ਆ, ਯਾਦ ਕਰਦੇ ਆ। ਸਿਮਰਨ ਦਾ ਅਰਥ ਯਾਦ ਕਰਨਾ। ਜਦੋਂ ਲੋੜ ਹੈ ਉਦੋਂ ਹੀ ਬੰਦਾ ਕਿਸੇ ਨੂੰ ਯਾਦ ਕਰਦਾ ਹੈ। ਜਦੋਂ ਲੋੜ ਖਤਮ ਹੋ ਜਾਂਦੀ ਹੈ ਉਦੋਂ ਰੱਬ ਪਰਮੇਸ਼ਰ ਚੇਤੇ ਨਹੀਂ ਆਉਂਦਾ। ਪਰ ਮਹਾਰਾਜ ਜੀ ਕਹਿੰਦੇ ਤੂੰ ਗੁਰੂ ਦੇ ਨਾਲ ਜੁੜ ਜਾ। ਗੁਰੂ ਦੇ ਨਾਲ ਜੁੜੇਗਾ ਨਾ, ਸਦਾ ਹੀ ਤੈਨੂੰ ਵਾਹਿਗੁਰੂ ਚੇਤੇ ਰਹੇਗਾ, ਸਦਾ ਹੀ ਤੈਨੂੰ ਰੱਬ ਚੇਤੇ ਆਵੇਗਾ, ਸਦਾ ਹੀ ਤੈਨੂੰ ਪਰਮੇਸ਼ਰ ਚੇਤੇ ਰਹੇਗਾ। 8 ਪਹਿਰ ਗੁਣ ਗਾਏ, 8 ਪਹਿਰ ਗੁਰੂ ਦੇ ਗੁਣ ਗਾਇਆ ਕਰ, ਪਰਮੇਸ਼ਰ ਦੇ ਗੁਣ ਗਾਇਆ ਕਰ, ਗੁਰੂ ਦੇ ਨਾਲ ਜੁੜ ਕਰਕੇ। ਇਹ ਰਹਾਉ ਵਾਲੀਆਂ ਪੰਕਤੀਆਂ ਨੇ। ਹੁਣ ਮਹਾਰਾਜ ਜੀ ਸ਼ਬਦ ਆਰੰਭ ਕਰਦੇ ਆ, ਆਸਾ ਮਹੱਲਾ ਪੰਜਵਾ। 2 ਗੱਲਾਂ ਮਹਾਰਾਜ ਜੀ ਨੇ ਕਹੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ। ਪਹਿਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਦੇ ਚਰਨ, ਵਾਹਿਗੁਰੂ ਜੀ ਦੇ ਚਰਨ
ਜਹਾਜ਼ ਹਨ, ਬੜਾ ਪਿਆਰਾ ਜਹਾਜ਼ ਹਨ, ਤੇ ਮਨ ਦੇ ਦੁਆਰਾ ਹੀ ਇਸ ਨਾਮ ਰੂਪੀ ਜਹਾਜ਼ ਤੇ ਚੜਿਆ ਜਾ ਸਕਦਾ। ਦੂਸਰੀ ਗੱਲ ਮਹਾਰਾਜ ਜੀ ਨੇ ਕਹੀ ਕਿ ਨਾਮ ਕਿੱਦਾਂ ਜਪਿਆ ਜਾਂਦਾ। ਕਹਿੰਦੇ ਜੇ ਤੂੰ ਗੁਰੂ ਦਾ ਸੰਗ ਕਰੇ, ਜੇ ਤੂੰ ਗੁਰੂ ਦੇ ਨਾਲ ਜੁੜ ਜਾ। ਹੁਣ ਮਹਾਰਾਜ ਜੀ ਸ਼ਬਦ ਆਰੰਭ ਕਰਦੇ, ਆਸਾ ਮਹੱਲਾ ਪੰਜਵਾ। ਆਸਾ ਰਾਗ ਅੰਦਰ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਆ। ਕਿਆ ਸੋ ਵਹਿ ਨਾਮ ਵਿਸਾਰ ਗਾਫਲ ਕਹਿ ਲਿਆ। ਗਾਫਲ ਕਹਿੰਦੇ ਨੇ ਕਿ ਜਿਹੜਾ ਮਨ ਬੇਪਰਵਾਹ ਹੈ, ਗਾਫਲ ਬੇਪਰਵਾਹ। ਮਹਾਰਾਜ ਜੀ ਕਹਿੰਦੇ ਹੇ ਬੇਪਰਵਾਹ ਮਨ, ਕਿਆ ਸੋ ਵਹਿ ਨਾਮ ਵਿਸਾਰ, ਤੂੰ ਨਾਮ ਨੂੰ ਭੁੱਲ ਕਰਕੇ ਕਿੱਦਾਂ ਸੁੱਤਾ ਹੋਇਆ। ਤੂੰ ਪਰਮੇਸ਼ਰ ਦੇ ਨਾਮ ਨੂੰ ਭੁੱਲਿਆ ਹੋਇਆ। ਹੇ ਜੀਵ, ਹੇ ਮਨੁੱਖ, ਤੂੰ ਸੁੱਤਾ ਹੋਇਆ ਪਰਮੇਸ਼ਰ ਦੇ ਨਾਮ ਨੂੰ ਭੁਲਾ ਕਰਕੇ। ਗਾਫਲ ਕਹਿ ਲਿਆ, ਕਹਿੰਦੇ ਬੇਪਰਵਾਹ ਕਰਕੇ ਸੁੱਤਾ। ਮਾਇਆ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਜੀਵ, ਪਦਾਰਥਾਂ ਦੇ ਮੋਹ ਵਿੱਚ ਲੱਗਾ ਹੋਇਆ। ਰੱਬ ਪਰਮੇਸ਼ਰ ਕਿਸੇ ਨੂੰ ਚੇਤੇ ਨਹੀਂ, ਭਾਵੇਂ ਉਹ ਗਿਆਨ ਕਰਕੇ ਤੇ ਭਾਵੇਂ ਸੰਸਾਰੀ ਤੌਰ ਤੇ ਬਾਹਰੀ ਤੌਰ ਤੇ ਵੇਖ ਲਈਏ ਵੀ ਅੰਮ੍ਰਿਤ ਵੇਲੇ ਆਪਾਂ ਨੂੰ ਜਾਗ ਨਹੀਂ ਆਉਂਦੀ, ਪਰਮੇਸ਼ਰ ਦਾ ਨਾਮ ਜਪਣਾ ਹੁੰਦਾ। ਗੁਰੂ ਘਰ ਆਉਣਾ ਆਪਣਾ ਟਾਈਮ ਨਹੀਂ ਲੱਗਦਾ। ਬਾਹਰ ਕਿਤੇ ਘੁੰਮਣ ਫਿਰਨ ਜਾਣਾ ਹੋਵੇ ਤੇ ਬੰਦਾ ਸਵੇਰੇ 4 ਵਜੇ ਉੱਠ ਕੇ ਚੱਲ ਪੈਂਦਾ। ਹੋਰ ਕੰਮ ਕਰਨੇ ਹੋਣ ਬੰਦਾ ਰਾਤ ਨੂੰ ਅੱਧੀ ਰਾਤ ਖੜਾ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ ਹੈ ਨਾ, ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਮੇਲਾ ਬੈ ਪੈਸ ਹੋਇਆ। ਭਾਵ ਮਹਾਰਾਜ ਜੀ ਕਹਿੰਦੇ ਤੂੰ ਕਿਹੜੀ ਨੀਂਦ ਵਿੱਚ ਭਲਿਆ ਸੁੱਤਾ ਹੋਇਆ। ਜਾਗਦ ਸੋਇਆ ਜਨਮ ਗਵਾਇਆ, ਜਾਗਦਾ ਹੈ ਤਾਂ ਵੀ ਜਨਮ ਗਵਾ ਦਿੱਤਾ। ਕਹਿੰਦੇ ਕਿਆ ਸੋਗਹ ਨਾਮ ਵਿਸਾਰ, ਰੱਬ ਦਾ ਨਾਮ ਭੁੱਲ ਕਰਕੇ ਬੇਪਰਵਾਹ ਕਰਕੇ ਬੰਦਾ ਸੁੱਤਾ। ਬੇਪਰਵਾਹੀ ਨਾ ਬੰਦਾ ਕਹਿੰਦਾ ਉਹ ਛੱਡੋ ਜੀ, ਕਿਹਨੇ ਵੇਖਿਆ ਕੀ ਵੇਖਿਆ ਕੀ। ਮਹਾਰਾਜ ਜੀ ਕਹਿੰਦੇ ਨਹੀਂ ਪੜਿਆ, ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ, ਇੰਨਾ ਬੇਪਰਵਾਹ ਵੀ ਨਾ ਹੋ, ਇੰਨਾ ਵੀ ਪਰਮਾਤਮਾ ਨੂੰ ਨਾ ਭੁੱਲ। ਆ ਵੇਖਿਆ ਨਾ, ਬਹੁਤਾਤ ਦੁਨੀਆ ਜਦੋਂ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਸੀ ਤੇ ਲੋਕ ਆਪਣੇ ਘਰਾਂ ਤੋਂ ਡਰਦੇ ਨਹੀਂ ਸੀ ਨਿਕਲਦੇ, ਤੇ ਅੱਜ ਲੋਕ ਹਿਮਾਚਲ ਦੀਆਂ ਪਹਾੜੀਆਂ ਵਿੱਚ ਘੁੰਮ ਰਹੇ ਆ, ਉੱਥੇ ਬੱਦਲ ਫਟ ਰਹੇ ਆ, ਲੋਕ ਫਸੇ ਹੋਏ ਆ, ਬੁਰਾ ਹਾਲ। ਭਾਵ ਕਿਤੇ ਨਾ ਕਿਤੇ ਮਨੁੱਖ ਰੱਬ ਨੂੰ ਭੁੱਲਿਆ ਬੈਠਾ। ਜਦੋਂ ਤੇ ਦੁਖੀ ਆ, ਜਦੋਂ ਤੋਂ ਮਰ ਰਿਹਾ, ਰੱਬ ਨੂੰ ਚੇਤੇ ਕਰਦਾ। ਘਰੇ ਬੈਠੇ ਹੀ ਰੱਬ ਨੂੰ ਕਹਿੰਦਾ ਵੀ ਰੱਬਾ ਬਚਾ ਲਾ। ਜਦੋਂ ਕੋਈ ਵਿਪਤਾ ਟਲ ਜਾਂਦੀ ਹੈ ਉਦੋਂ ਹੀ ਬੰਦਾ ਆਪਣੀ ਐਸ਼ੋ ਆਰਾਮ, ਖੁਸ਼ੀਆਂ, ਖੇੜੇ, ਆਨੰਦ ਮਨਾਉਣ ਵਾਸਤੇ ਨਿਕਲ ਜਾਂਦਾ। ਇੱਕ ਦੋ ਲੜਕੀਆਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਵੀ ਅਸੀਂ ਫਸੇ ਹੋਏ ਆ, ਸਾਡੇ ਬੱਚੇ ਛੋਟੇ ਛੋਟੇ ਨਾਲ ਆ, ਸਾਡੇ ਕੋਲੇ ਪਹਿਨਣ ਵਾਸਤੇ ਕੱਪੜੇ ਨਹੀਂ, ਸਾਨੂੰ ਜਹਾਜ਼ ਰਾਹੀਂ ਕੱਢ ਲਓ ਇੱਥੋਂ। ਤੇ ਬੰਦਾ ਪੁੱਛੇ ਤੁਸੀਂ ਗਏ ਕੀ ਲੈਣ, ਘਰੇ ਬੈਠ ਜਾਓ ਟਿਕ ਕੇ। ਕਿਸੇ ਨੇ ਬੜਾ ਸੋਹਣਾ ਲਿਖਿਆ, ਕਿਤੇ ਜਾਣਾ ਹੀ ਆ ਚਮਕੌਰ ਸਾਹਿਬ ਲੈ ਕੇ ਜਾਓ ਆਪਣੇ ਬੱਚਿਆਂ ਨੂੰ, ਸਰਹੰਦ ਲੈ ਕੇ ਜਾਓ ਆਪਣੇ ਬੱਚਿਆਂ ਨੂੰ। ਇੱਥੇ ਸਾਡੇ ਜੋਰਾਵਰ ਦੇ ਬਾਬਾ ਫਤਿਹ ਸਿੰਘ ਨੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਸ਼ਹੀਦੀ ਦਿੱਤੀ। ਇੱਥੇ ਸਾਡੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ, ਤਾਂ ਸਾਡੀ ਕੌਮ ਅੱਜ ਸੁਰਜੀਤ ਹੈ। ਪਰ ਦੁਨੀਆ ਉਸ ਪਾਸੇ ਨਹੀਂ ਜਾਣਾ ਚਾਹੁੰਦੀ, ਰੱਬ ਨੂੰ ਭੁੱਲੀ ਹੋਈ ਹੈ, ਗੁਰੂ ਨੂੰ ਭੁੱਲੀ ਹੋਈ ਹੈ। ਮਾਰੇ ਕਹਿੰਦੇ ਭਲਿਆ ਕਿਹੜੀ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਹੈ। ਜਾਗ ਸਮਝ ਕੀਤੀ ਇਤ ਦਰਿਆਏ ਵੰਜਣ ਵਹਿੰਦਿਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਵਹਿ ਗਏ ਨੇ। ਭਾਵ ਪਤਾ ਨਹੀਂ ਕਿੰਨੇ ਕੁ ਜੀਵ ਸੰਸਾਰ ਵਿੱਚ ਆਏ ਤੇ ਕਿੰਨੇ ਕੁ ਤੁਰ ਗਏ ਸੰਸਾਰ ਵਿੱਚੋਂ, ਰੁੜ ਗਏ ਸੰਸਾਰ ਦੇ ਵਹਾਅ ਵਿੱਚ। ਦੁਨੀਆ ਆਈ ਜਾਂਦੀ ਹੈ, ਜਾਈ ਜਾਂਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਮਨੁੱਖ ਇਹ ਜਿਹੜਾ ਹੈ ਨਾ ਸਮਝਦਾ ਨਹੀਂ। ਬੜੇ ਬਹੁਤਾਤ ਵਿੱਚ ਦੁਨੀਆ ਜਿਹੜੀ ਹੈ ਨਾ ਉਹ ਜੀਵਨ ਵਿਅਰਥ ਗਵਾ ਕੇ ਜਾਂਦੀ ਹੈ।
ਕੋਈ ਵਿਰਲੇ ਰੱਬ ਦੇ ਪਿਆਰੇ ਹੁੰਦੇ ਆ, ਜੀਵਨ ਨੂੰ ਸਫਲਾ ਕਰ ਦਿੰਦੇ ਆ ਨਾਮ ਜਪ ਕੇ, ਚੰਗੇ ਕਰਮ ਕਰਕੇ। ਮਰ ਕਹਿੰਦੇ ਕਿੱਤੀ ਇੱਕ ਦਰਿਆਏ, ਪਤਾ ਨਹੀਂ ਕਿਤਨੇ ਕਿ ਇਸ ਸੰਸਾਰ ਰੂਪੀ ਦਰਿਆ ਦੇ ਵਿੱਚ ਆਪਣਾ ਜੀਵਨ ਨਿਰਵਾਹ ਵਿਅਰਥ ਗਵਾ ਗਏ, ਵਿਰਲੇ ਹੀ ਲੰਘੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੰਘੇ ਕਿਹੜੇ? ਮਰ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਦੇ ਨਾਲ ਜੁੜ ਕੇ, ਜਿਹੜੇ ਨਾਮ ਜਪ ਕੇ, ਜਿਹੜੇ ਸਿਮਰਨ ਕਰਕੇ, ਜਿਹੜੇ ਬੰਦਗੀ ਕਰਕੇ, ਜਿਨ੍ਹਾਂ ਬਾਰੇ ਮਹਾਰਾਜ ਨੇ ਕਿਹਾ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ। ਚੰਗਾ ਜੀਵਨ, ਸੋਹਣਾ ਜੀਵਨ ਨਿਰਵਾਹ ਕਰਕੇ, ਦੁਨੀਆ ਦਾ ਭਲਾ ਕਰਕੇ ਮਹਾਰਾਜ ਕਹਿੰਦੇ ਉਹ ਇਸ ਸੰਸਾਰ ਸਮੁੰਦਰ ਤੋਂ ਲੰਘ ਗਏ। ਇਸ ਕਰਕੇ ਮਹਾਰਾਜ ਕਹਿੰਦੇ ਇਹ ਭਾਈ ਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਜੁੜ ਜਾ, ਅੱਠੇ ਪਹਿਰ ਗੁਰੂ ਦੇ ਪਰਮੇਸ਼ਰ ਦੇ ਗੁਣ ਗਾਇਆ ਕਰ, ਗੁਰੂ ਨਾਲ ਜੁੜ ਕਰਕੇ ਰਹਾਓ, ਵਿਸ਼ਰਾਮ ਦੇ ਕਰਕੇ ਚਲਦੇ। ਭੋਗਿਆ ਭੋਗ ਅਨੇਕ ਵਿਣ ਨਾਵੈ ਸੁਣਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੜੀ ਦੁਨੀਆ ਜ਼ਿੰਦਗੀ ਭੋਗਦੀ ਪਈ ਹੈ, ਬੜੀ ਦੁਨੀਆ ਮਾਇਆ ਮੋਹ ਦੇ ਵਿੱਚ ਸੁੱਤੀ ਹੋਈ ਹੈ, ਪਦਾਰਥਾਂ ਦੇ ਵਿੱਚ ਸੁੱਤੀ ਦੁਨੀਆ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਬਤੀਤ ਕਰਦੀ ਜਾ ਰਹੀ ਹੈ। ਗਿਆਨ ਤੋਂ ਵਾਂਝੀ, ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ। ਕਹਿੰਦੇ ਕਮਲਿਆ ਤੂੰ ਗਿਆਨ ਹੀ ਨਹੀਂ ਲਿਆ ਗੁਰੂ ਤੋਂ, ਸਮਝ ਹੀ ਨਹੀਂ ਲਈ, ਵਿਚਾਰ ਹੀ ਨਹੀਂ ਕੀਤੀ ਵੀ ਜੀਵਨ ਕਾਹਦੇ ਲਈ ਮਿਲਿਆ। ਭੋਗੈ ਭੋਗ ਅਨੇਕ, ਅਨੇਕਾਂ ਹੀ ਮਾਰੇ ਕਹਿੰਦੇ ਜ਼ਿੰਦਗੀ ਭੋਗ ਕਰਕੇ, ਪਦਾਰਥਾਂ ਦਾ ਰਸ ਭੋਗ ਕਰਕੇ ਵਿਣ ਨਾਵੈ ਸੁਣਿਆ, ਨਾਮ ਤੋਂ ਬਿਨਾ ਸੁਣਨੇ ਤੁਰ ਗਏ, ਵਾਂਝੇ ਰਹਿ ਗਏ ਨਾਮ ਤੋਂ ਬਿਨਾ। ਹਰ ਕੀ ਭਗਤ ਬਿਨਾ, ਰੱਬ ਦੀ ਭਗਤੀ ਤੋਂ ਬਿਨਾ ਮਰ ਮਰ ਰੁੰਨਿਆ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਹਨ ਉਹ ਦੁਖੀ ਹੁੰਦੇ ਨੇ, ਮਰ ਮਰ ਕੇ ਜਿਉਂਦੇ ਆ। ਕਿੰਨੇ ਦੁਨੀਆ ਬਹੁਤਾਤ ਵਿੱਚ ਮਹਾਰਾਜ ਨੇ ਕਿਹਾ ਨਾ ਨਾਨਕ ਦੁਖੀਆ ਸਭ ਸੰਸਾਰ। ਬੜੀ ਦੁਨੀਆ ਮਾਰੀ ਕਹਿੰਦੇ ਦੁੱਖਾਂ ਦੇ ਨਾਲ ਮਰ ਰਹੀ ਹੈ, ਵਿਲਕ ਰਹੀ ਹੈ ਦੁਨੀਆ। ਬੜੇ ਲੋਕ ਮੌਤ ਮੰਗਦੇ ਆ ਪਰ ਮਿਲਦੀ ਨਹੀਂ, ਤੜਫਦੇ ਆ ਮੰਜਿਆਂ ਤੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਇਸ ਜੀਵ ਨੂੰ, ਇਸ ਮਨੁੱਖ ਨੂੰ ਸਮਝ ਨਹੀਂ ਆਉਂਦੀ, ਫਿਰ ਵੀ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਰੱਬ ਦੀ ਭਗਤੀ ਤੋਂ ਬਿਨਾ ਆਤਮਿਕ ਮੌਤੇ ਪਹਿਲਾਂ ਮਰਦਾ ਹੈ, ਫਿਰ ਦੁਨੀਆ ਤੋਂ ਦੁਖੀ ਹੋ ਕਰਕੇ ਚਲੇ ਜਾਂਦਾ ਹੈ। ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ। ਮਰ ਕਹਿੰਦੇ ਮਨੁੱਖ ਸੋਹਣੇ ਕੱਪੜੇ ਪਹਿਨਦਾ, ਸਰੀਰ ਦੇ ਉੱਪਰ ਬੜੀਆਂ ਸੁਗੰਧੀਆਂ ਲਾਉਂਦਾ। ਮਰ ਕਹਿੰਦੇ ਬੜੇ ਸਰੀਰ ਨੂੰ ਨਿਖਾਰਨ ਵਾਸਤੇ, ਸੋਹਣਾ ਬਣਾਉਣ ਵਾਸਤੇ ਬੜੇ ਸਾਬਣ, ਬੜੇ ਵਟਨੇ ਮਲਦਾ ਆਪਣੇ ਸਰੀਰ ਨੂੰ ਵੀ ਮੈਂ ਸੋਹਣਾ ਲੱਗਾ, ਸੋਹਣਾ ਬਣ ਜਾਵਾਂ, ਮੇਰੇ ਕੋਲੋਂ ਖੁਸ਼ਬੂਆਂ ਆਉਣ, ਮੈਂ ਸੋਹਣੇ ਕੱਪੜੇ ਪਾਵਾਂ। ਪਰ ਮਹਾਰਾਜ ਜੀ ਕਹਿੰਦੇ ਬਿਨ ਸਿਮਰਨ ਤਨ ਸ਼ਾਰ ਸਰ ਪਰ ਚੱਲਣਾ। ਮਰ ਕਹਿੰਦੇ ਭਲਿਆ ਰੱਬ ਦੇ ਨਾਮ ਤੋਂ ਬਿਨਾ ਸਰੀਰ ਸ਼ਾਰ ਕਹਿੰਦੇ ਸਵਾਹ ਹੈ। ਸਤਿਗੁਰੂ ਜੀ ਕਹਿੰਦੇ ਕੁਝ ਮਰਜ਼ੀ ਕਰ ਲੈ, ਮਹਾਰਾਜ ਜੀ ਕਹਿੰਦੇ ਕਿੰਨਾ ਮਰਜ਼ੀ ਸਵਾਰ ਲੈ, ਇਹ ਤੇ ਸਵਾਹ ਮਿੱਟੀ ਦੀ ਢੇਰੀ ਹੈ, ਐਵੇਂ ਇਹਦੇ ਨਾਲ ਮੋਹ ਜੋੜੀ ਬੈਠਾ ਏ। ਮਹਾਰਾਜ ਜੀ ਕਹਿੰਦੇ ਸਰ ਪਰ ਅਟਲ ਸਚਾਈ ਹੈ ਵੀ ਚਾਲਣਾ ਸਾਰਿਆਂ ਨੇ ਦੁਨੀਆ ਤੋਂ ਜਾਣਾ, ਦੁਨੀਆ ਛੱਡ ਕਰਕੇ ਜਾਣਾ। ਮਹਾ ਬਿਖਮ ਸੰਸਾਰ ਵਿਰਲੇ ਪੇਖਿਆ। ਮਰ ਕਹਿੰਦੇ ਇਹ ਬੜਾ ਸੰਸਾਰ ਜਿਹੜਾ ਬੜਾ ਡੂੰਘਾ, ਬੜਾ ਔਖਾ, ਬਿਖਮ ਕਹਿੰਦੇ ਔਖੇ ਨੂੰ, ਬੜਾ ਔਖਾ ਮਾਰਗ ਹੈ, ਬੜਾ ਔਖਾ ਸਮੁੰਦਰ ਹੈ, ਬੜਾ ਡੂੰਘਾ ਹੈ। ਪਰ ਮਹਾਰਾਜ ਕਹਿੰਦੇ ਇਸ ਗੱਲ ਨੂੰ ਕੋਈ ਵਿਰਲਾ ਹੀ ਜਾਣਦਾ, ਬਹੁਤੇ ਨਹੀਂ। ਮਰ ਕਹਿੰਦੇ ਵਿਰਲੇ ਪੇਖਿਆ, ਕਿਸੇ ਵਿਰਲੇ ਨਹੀਂ ਵੇਖਿਆ ਇਹ ਵੀ ਸੰਸਾਰ। ਜਿਹਨੂੰ ਗਿਆਨ ਹੋ ਗਿਆ, ਜਿਹਨੇ ਬਾਣੀ ਪੜ੍ਹੀ, ਜਿਹਨੂੰ ਜੀਵਨ ਦੀ ਸਮਝ ਪੈ ਗਈ, ਉਹਨੂੰ ਪਤਾ ਲੱਗਿਆ ਵੀ ਇਹ ਸੰਸਾਰ ਬੜਾ ਭੈੜਾ, ਸੰਸਾਰ ਬੜਾ ਡੂੰਘਾ ਔਖਾ ਸਮੁੰਦਰ ਤਰਨਾ ਹੈ। ਪਰ ਮਹਾਰਾਜ ਜੀ ਕਹਿੰਦੇ ਇੱਕੋ ਹੀ ਗੱਲ ਹੈ ਭਲਿਆ, ਜੇ ਤੂੰ ਤਰਨਾ ਹੈ ਸੰਸਾਰ ਵਿੱਚ, ਜੀਵਨ ਮੁਕਤ ਹੋਣਾ ਹੈ, ਤੇ ਮਰ ਕਹਿੰਦੇ ਛੂਟਣ ਹਰ ਕੀ ਸ਼ਰਨ ਲੇਖ ਨਾਨਕ ਲੇਖਿਆ। ਮਰ ਕਹਿੰਦੇ ਇੱਕੋ ਹੀ ਆ ਕਾਰਨ, ਇੱਕੋ ਹੀ ਗੱਲ ਹੈ ਵੀ ਤੂੰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦਾ, ਗੁਰੂ ਦੀ ਸ਼ਰਨ ਵਿੱਚ ਪੈ ਜਾ। ਮਰ ਕਹਿੰਦੇ ਛੂਟਣ ਬਚ ਜਾਏਗਾ, ਕੀਤੀ ਛੁੱਟੀ ਨਾਲ ਮੁਕਤ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਜੀਵਨ ਸਫਲਾ ਹੋ ਜਾਵੇਗਾ। ਮਹਾਰਾਜ ਜੀ ਕਹਿੰਦੇ ਇਹੀ ਜਿਹੜਾ ਲੇਖ ਹੈ ਨਾ, ਇਹੀ ਜਿਹੜੀ ਗੱਲ ਹੈ ਪ੍ਰਭੂ ਨੇ, ਪਰਮੇਸ਼ਰ ਨੇ ਲਿਖੀ ਹੋਈ ਹੈ ਕਿ ਭਲਿਆ ਤੂੰ ਸੰਸਾਰ ਸਮੁੰਦਰ ਤੋਂ ਤਰਨਾ ਹੀ
ਤੇ ਵਾਹਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਤੇ ਚੜ ਜਾ। ਵਾਹਿਗੁਰੂ ਜੀ ਦਾ ਨਾਮ ਜਪਿਆ ਕਰ, ਕਿਉਂਕਿ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਵਾਂਝਾ ਹੈ। ਨਾਮ ਤੋਂ ਬਿਨਾ ਜ਼ਿੰਦਗੀ ਜਿਉਣੀ ਵਿਅਰਥ ਹੈ। ਨਾਮ ਤੋਂ ਬਿਨਾ ਤੇਰੇ ਕੰਮ, ਤੇਰਾ ਸੰਸਾਰ, ਤੇਰਾ ਪਰਿਵਾਰ, ਸਭ ਕੁਝ ਮਹਾਰਾਜ ਜੀ ਕਹਿੰਦੇ ਵਿਅਰਥ ਹੈ। ਜੇ ਪਰਮੇਸ਼ਰ ਦਾ ਸਿਮਰਨ ਕੋਲੇ ਆ ਤਾਂ ਹੀ ਜ਼ਿੰਦਗੀ ਸਫਲ ਹੋਵੇਗੀ। ਅਰਦਾਸ ਕਰਿਆ ਕਰੋ, ਮਹਾਰਾਜ ਜੀ ਸਾਨੂੰ ਸਮਝ ਆਵੇ, ਸੋਝੀ ਆਵੇ, ਬਾਣੀ ਪੜ੍ਹ ਕੇ, ਨਾਮ ਜਪ ਕਰਕੇ, ਲਾਹਾ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਜੀ ਮਿਹਰਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।